ਜਿਹੜੀ ਆ ਯੂਨੀਵਰਸਲ ਹੈਡ ਤੇ ਹੀ ਕੀਤੀ ਜਾਂਦੀ ਆ। ਯੂਨੀਵਰਸਲ ਇੰਡੈਕਸਿੰਗ ਹੈਡ ਦੇ ਉੱਪਰ ਅਸੀਂ ਕਰਦੇ ਆ। ਸੋ ਇਹਦੇ ਵਿੱਚ ਗੇਅਰ ਟ੍ਰੇਨ ਲਾ ਕੇ ਅਸੀਂ ਲੈਂਦੇ ਆ। ਵਿਚਕਾਰ ਅਸੀਂ ਆਈਡਲ ਗੇਅਰ ਲਾਉਣਾ ਜਾਂ ਨਹੀਂ ਲਾਉਣਾ ਉਹ ਕਿਵੇਂ ਲੱਗਣੇ ਆ, ਉਹ ਇੰਡੈਕਸਿੰਗ ਹੈਡ ਜਿਹੜਾ ਆ ਉਹਦੀ ਬਣਤਰ ਤੇ ਡਿਪੈਂਡ ਕਰਦਾ ਕਿ ਉਹਦੀ ਬਣਾਵਟ ਕਿਹੋ ਜਿਹੀ ਆ। ਸੋ ਇਸ ਕਰਕੇ ਇਹਦੇ ਲਈ ਫਾਰਮੂਲਾ ਹੈਗਾ ਆ। ਅਸੀਂ ਇਹਦੇ ਵਿੱਚ ਕਰਦੇ ਕੀ ਆ, ਅਸੀਂ ਸਿੰਪਲ ਜਦੋਂ ਸਾਨੂੰ ਕੋਈ ਇੰਡੈਕਸਿੰਗ ਦਿੱਤੀ ਆ, ਜਿਵੇਂ ਪਿਛਲੇ ਦੇ ਵਿੱਚ ਕੰਪਾਊਂਡ ਦੇ ਮੈਂ ਵਿੱਚ ਦੱਸਿਆ ਤੁਹਾਨੂੰ, ਅਗਰ ਮੰਨ ਲਓ 67 ਦੀ ਆ ਆਪਾਂ, ਤੇ ਉਹਦੀ ਜਗ੍ਹਾ ਤੇ ਅਸੀਂ ਹੋਰ ਜਿਹੜੀ ਸਿੰਪਲ ਇੰਡੈਕਸਿੰਗ ਹੋ ਸਕਦੀ ਆ, ਅਸੀਂ ਜਿਹਦੀ ਸਿੰਪਲ ਇੰਡੈਕਸਿੰਗ ਆਰਾਮ ਨਾਲ ਹੋ ਸਕਦੀ, ਅਸੀਂ ਉਹ ਜਿਹੜੀ ਆ ਰਕਮ ਲੈ ਲੈਣੀ ਆ, ਅਸੀਂ ਉਹ ਨੰਬਰ ਲੈ ਲੈਣਾ। ਜਿਵੇਂ ਇੱਥੇ ਆ ਇਹ ਤੋਂ ਭਾਵ ਹੈਗਾ ਆ ਕਿ ਸਿਲੈਕਟਡ ਨੰਬਰ ਜੋ ਅਸੀਂ ਮੰਨਿਆ ਨੰਬਰ ਵਾ, ਤੇ ਜਿਹੜਾ n ਹੈਗਾ n ਤੋਂ ਭਾਵ ਹੈਗਾ ਗਿਵਨ ਨੰਬਰ ਜੋ ਸਾਨੂੰ ਦਿੱਤਾ ਹੋਇਆ ਜਿੰਨੇ ਦੀ ਅਸੀਂ ਅਸਲ ਵਿੱਚ ਇੰਡੈਕਸਿੰਗ ਕਰਨੀ ਸੀ। ਸੋ ਜਿਹੜਾ 40 ਹੈਗਾ ਆ ਉਹ ਹੈਗੀ ਆ ਰੇਸ਼ੋ ਆ ਬਰਮ ਤੇ ਬਰਮ ਬੀਲ ਦੀ ਰੇਸ਼ੋ ਵਾਲਾ 40 ਹੈਗਾ ਆ ਤੁਹਾਡਾ। ਸੋ ਇਸ ਤਰੀਕੇ ਦੇ ਨਾਲ ਅਗਲਾ ਨੈਕਸਟ ਇਹਦਾ ਜਿਹੜੀ ਇੱਕ ਕੈਲਕੂਲੇਸ਼ਨ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਆ। ਸੋ ਇਹਦੇ ਵਿੱਚ ਡਿਫਰੈਂਸ਼ੀਅਲ ਇੰਡੈਕਸਿੰਗ ਦੇ ਲਈ ਕਿਵੇਂ ਆ, ਮੈਂ ਮੰਨ ਲਵੋ ਸਪੋਜ਼ ਕਰੋ ਕਿਸੇ ਦੀ ਇੰਡੈਕਸਿੰਗ ਕਰਨੀ ਆ, ਮੈਂ 67 ਦੰਦਿਆਂ ਦੀ ਇੰਡੈਕਸਿੰਗ ਕਰਨੀ ਆ, ਮੈਂ 67 ਜਿਹੜੇ ਭਾਗ ਕਰਨੇ ਆ। ਸੋ ਮੈਂ ਕੀ ਕਰੂੰਗਾ, ਉਹਦੀ ਜਗ੍ਹਾ ਤੇ ਜਿਹੜੀ ਮੇਰੇ ਲਈ ਸੌਖੀ ਹੈਗੀ ਆ ਸਿੰਪਲ ਇੰਡੈਕਸਿੰਗ ਦੇ ਵਿੱਚ ਹੋ ਸਕਦੀ ਆ, ਉਹ ਮੈਂ ਸਿਲੈਕਟ ਕਰ ਦਊਂਗਾ ਨੰਬਰ। ਸੋ ਉਹ ਮੰਨਿਆ ਮੇਰਾ ਨੰਬਰ ਕੀ ਹੋ ਜਾਏਗਾ, A ਜਿਹੜਾ ਹੈਗਾ ਆ ਉਹ 70 ਮੈਂ ਲੈ ਲਿਆ, ਇੱਥੇ 70 ਲੈ ਲਿਆ ਉਹਦੀ ਜਗ੍ਹਾ ਤੇ। ਸੋ 70 ਦੀ ਇੰਡੈਕਸਿੰਗ ਜਿਹੜੀ ਆ ਉਹ ਮੇਰੀ ਆਰਾਮ ਨਾਲ ਹੋ ਜਾਏਗੀ। 17 ਦੇ ਵਿੱਚ ਕੀ ਆ, ਇੰਡੈਕਸਿੰਗ ਜਿਹੜੀ ਆ ਉਹ ਮੇਰੀ ਆਰਾਮ ਨਾਲ ਹੋ ਜਾਏਗੀ। ਅਸੀਂ ਇੰਡੈਕਸਿੰਗ ਮੂਵਮੈਂਟ ਕਿੰਨੀ ਲੈਣੀ ਆ, ਉਹ ਹੁਣ ਮੇਰੇ ਆ ਗਿਆ 40/A। ਇਹ ਅਜ਼ਿਊਮਡ ਨੰਬਰ ਵਾ ਕਿਉਂਕਿ 40/n ਹੁੰਦਾ ਸਾਡੀ ਸਿੰਪਲ ਇੰਡੈਕਸਿੰਗ ਦੇ ਵਿੱਚ। ਸੋ ਜਿਹੜਾ ਮੰਨਿਆ ਨੰਬਰ, ਇਸ ਕਰਕੇ ਮੈਂ ਇੱਥੇ A ਲਿਖ ਦਿੱਤਾ। ਸੋ ਇਹ ਆ ਗਿਆ ਮੇਰਾ 40/70। 70 ਇੱਥੇ ਥੱਲੇ ਲਿਖ ਦਿੱਤਾ ਮੈਂ, 40 ਉੱਪਰ। ਜਦੋਂ ਮੈਂ ਇਹਦੀ ਕਟਿੰਗ ਕੀਤੀ ਤਾਂ ਮੇਰੇ ਕੋਲ 4/7 ਆ ਗਿਆ। ਸੋ ਇਹਨੂੰ ਫਿਰ ਮੈਂ ਬਣਾਉਣ ਦੇ ਲਈ ਮੈਂ ਹੋਲ ਜਿਹੜੀ ਸਾਡੇ ਕੋਲ ਨੰਬਰ ਆਫ ਹੋਲ ਹੈਗੇ ਆ ਸਰਕਲ ਦੇ ਜਾਂ ਪਲੇਟ ਦੇ, ਉਹਦੇ ਹਿਸਾਬ ਦੇ ਨਾਲ ਮੈਂ 3 ਨਾਲ ਉੱਪਰ ਮਲਟੀਪਲਾਈ ਕਰ ਦਿੱਤਾ, 3 ਨਾਲ ਥੱਲੇ ਆ ਕਰ ਦਿੱਤਾ, ਤਾਂ ਮੇਰੇ ਕੋਲ 12/21 ਆ ਗਏ। ਸੋ ਮੈਂ ਕੀ ਕਰੂੰਗਾ, ਇੱਥੇ ਜਿਹੜਾ 21 ਹੋਲਾਂ ਵਾਲਾ ਸਰਕਲ ਆ ਉਹਦੇ ਵਿੱਚ 12 ਜਿਹੜੇ ਆ ਹੋਲ ਉਹ ਉਨੀ ਮੂਵਮੈਂਟ ਦਊਂਗਾ ਕ੍ਰੈਂਕ ਨੂੰ। ਤਾਂ ਮੇਰੀ ਇਹ ਜਿਹੜੀ ਆ 17 ਦੇ ਲਈ ਇੰਡੈਕਸਿੰਗ ਹੋ ਗਈ ਜੋ ਮੈਂ ਮੰਨੇ ਨੰਬਰ ਸੀਗੇ। ਸੋ ਇਹਦੀ ਜਗ੍ਹਾ ਤੇ ਮੈਂ 12/21 ਦੀ ਰੱਖੀ ਆ। ਮੈਂ ਹੋਰ ਵੀ ਕੋਈ ਸਿਲੈਕਟ ਕਰ ਸਕਦਾ, ਇੱਥੇ 4 ਨਾਲ ਵੀ ਉੱਪਰ ਮਲਟੀਪਲਾਈ ਕਰ ਸਕਦਾ ਤਾਂ ਥੱਲੇ ਵੀ 4 ਨਾਲ। ਫਿਰ ਮੇਰੇ ਕੋਲ ਆ ਜਾਣਗੇ 4 ਚੌਕੇ 16 ਤੇ ਥੱਲੇ ਆ ਜਾਣਗੇ 28। ਸੋ ਜੇ ਮੈਂ 28 ਹੋਲਾਂ ਵਾਲੀ ਸਿਲੈਕਟ ਕੀਤੀ ਆ, ਫਿਰ ਮੈਨੂੰ ਉੱਤੇ ਮੂਵਮੈਂਟ ਜਿਹੜੀ ਆ ਮੈਂ 16 ਦੀ ਦੇ ਦਊਂਗਾ। ਸੋ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਸਾਡੇ ਕੋਲ ਉੱਥੇ ਹੋਲ ਆਏਗੇ ਆ, ਉਹਦੇ ਹਿਸਾਬ ਨਾਲ ਜਿੰਨੇ ਹੋਲਾਂ ਵਾਲੇ ਸਰਕਲ ਹੈਗੇ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਕਰ ਸਕਦੇ ਹਾਂ। ਨੈਕਸਟ ਹੁਣ ਆ ਗਿਆ ਸਾਡੀ ਇਹ ਇੰਡੈਕਸਿੰਗ ਜਿਹੜੀ ਹੈਗੀ ਆ, ਇਹ ਤਾਂ ਹੋਈ ਆ ਸਾਡੇ 17 ਦੀ। ਇਹ ਤਾਂ 70 ਦਿਨ ਦੇ ਕੱਟ ਦੇਗੀ, ਪਰ ਅਸੀਂ ਕੱਟਣੇ ਆ ਐਕਚੁਅਲੀ 67 ਤੋਂ। 67 ਕੱਟਣ ਲਈ ਮੈਂ ਕੀ ਕਰੂੰਗਾ, ਇਹਦੀ ਮੂਵਮੈਂਟ ਜਿਹੜੀ ਸੈਕੰਡ ਮੂਵਮੈਂਟ ਵਾ, ਜਿਹੜੀ ਮੈਂ ਇੱਕ ਕ੍ਰੈਂਕ ਨੂੰ ਇਹ ਦੇਤੀ, ਦੂਸਰੀ ਮੈਂ ਇੰਡੈਕਸਿੰਗ ਪਲੇਟ ਨੂੰ ਦਊਂਗਾ। ਇੰਡੈਕਸਿੰਗ ਪਲੇਟ ਨੂੰ ਉਨੀ ਜਿਹੜੀ ਆ ਉਹਦੇ ਵਿੱਚੋਂ ਮੂਵਮੈਂਟ ਜਿਹੜੀ ਹੈਗੀ ਆ ਉਹ ਕਰੂੰਗਾ, ਉਹਦੀ ਮੂਵਮੈਂਟ ਨੂੰ ਜਿਹੜੀ ਆ ਕੰਟਰੋਲ ਕਰੂੰਗਾ ਕਿ ਮੇਰੇ ਦੰਦੇ ਜਿਹੜੇ ਆ 67 ਦੇ 67 ਲਈ ਹੋ ਜਾਵੇ। ਸੋ ਉਸ ਵਾਸਤੇ ਕੀ ਕਰੂੰਗਾ, ਮੈਂ ਇੱਕ ਗੇਅਰ ਟ੍ਰੇਨ, ਜਿਵੇਂ ਤੁਹਾਨੂੰ ਦੱਸਿਆ ਸੀ ਗੇਅਰ ਟ੍ਰੇਨ ਨਾਲ ਕੰਟਰੋਲ ਕਰਨਾ ਆ। ਸੋ ਗੇਅਰ ਟ੍ਰੇਨ ਲਗਾਊਂਗਾ। ਗੇਅਰ ਟ੍ਰੇਨ ਲਾਉਣ ਦੇ ਲਈ ਜਿਹੜਾ ਇਹ ਫਾਰਮੂਲਾ ਹੈਗਾ ਆ A-n, ਯਾਨੀ ਕਿ ਮੰਨਿਆ ਨੰਬਰ ਦੇ ਵਿੱਚੋਂ ਦਿੱਤਾ ਹੋਇਆ ਨੰਬਰ ਘਟਾ ਲੈਣਾ ਤੇ ਉਹਨੂੰ ਮਲਟੀਪਲਾਈ ਕਰ ਦੇਣਾ 40/A ਨਾਲ। ਸੋ ਇਹਦੇ ਵਿੱਚ ਮੇਰਾ ਜਿਹੜਾ ਮੰਨਿਆ ਨੰਬਰ ਸੀ ਉਹ 70 ਸੀਗਾ, ਤੇ ਜਿਹੜਾ ਸਾਨੂੰ ਚਾਹੀਦਾ ਸੀ ਉਹ 67 ਸੀ। ਸੋ 17 ਦੇ ਵਿੱਚੋਂ ਮੈਂ 67 ਜਿਹੜੇ ਆ ਉਹ ਮਾਈਨਸ ਕਰ ਦਊਂਗਾ। ਇਹਦੇ ਵਿੱਚ ਕੀ ਹੋ ਗਿਆ, ਮੇਰੇ ਕੋਲ 3 ਆ ਜਾਣਗੇ। ਫਿਰ ਆ ਜਿਹੜਾ 40/70 ਆ ਮੇਰਾ, ਇਹਦੀ ਜਗ੍ਹਾ ਤੇ ਜਿਹੜਾ ਆਇਆ, ਸੋ ਇਹ ਕੀ ਆਇਆ 4/7। ਜਦੋਂ ਕੱਟਿਆ ਮੈਂ, ਇਹ ਮੇਰੇ ਕੋਲ ਆ ਗਿਆ 4/7। ਇਹ ਮੇਰੇ ਕੋਲ 4/7 ਆ ਗਿਆ। ਸੋ ਇਸ ਤਰੀਕੇ ਦੇ ਨਾਲ ਇਹਨੂੰ ਮੈਂ ਮਲਟੀਪਲਾਈ ਕਰੂੰਗਾ, 3 ਨੂੰ 4 ਨਾਲ 12 ਆ ਜਾਊਗਾ। ਸੋ 12/7 ਆ ਗਿਆ। ਹੁਣ ਮੈਂ ਕੀ ਕਰੂੰਗਾ, ਇਹਦੇ ਗੇਅਰ ਟ੍ਰੇਨ ਕੱਢ ਦਊਂਗਾ। 12/7 ਦੀ ਰੇਸ਼ੋ ਆ ਗਈ, ਜਿਹੜੀ ਇਹ ਗੇਅਰ ਟ੍ਰੇਨ ਦੀ ਰੇਸ਼ੋ ਆਈ ਆ ਮੇਰੇ ਕੋਲ। ਸੋ ਇਸ ਦੇ ਨਾਲ ਕੀ ਆ, ਮੈਂ ਕੀ ਕਰੂੰਗਾ, ਇਹਨੂੰ ਉਨਿਆਂ ਨਾਲ ਹੀ ਥੱਲੇ ਤਾਂ ਉਨਿਆਂ ਨਾਲ ਹੀ ਮਲਟੀਪਲਾਈ ਉੱਪਰ ਕਰੂੰਗਾ। ਮੈਂ ਕੀ ਕੀਤਾ, 4 ਦੇ ਨਾਲ ਉੱਪਰ ਕਰ ਲਿਆ, ਇਹ ਮੇਰੇ ਕੋਲ 12 ਚੌਕ 48 ਆ ਗਏ। ਤੋ 4 ਦੇ ਨਾਲ ਹੀ ਮੈਂ ਥੱਲੇ ਕਰ ਲਿਆ, ਇਹ ਮੇਰੇ ਕੋਲ 28 ਆ ਗਏ, 28 ਆ ਗਏ। ਸੋ ਮੈਂ ਜਿਹੜੀ ਆ ਗੇਅਰ ਟ੍ਰੇਨ ਇਹਦੇ ਵਿੱਚ ਲਗਾਊਂਗਾ, ਮੈਂ 48 ਦੰਦੇ ਤੇ 28 ਵਾਲੀ ਜਿਹੜੀ ਗਰਾਰੀ ਲਾਊਂਗਾ। ਹੁਣ ਇਹ ਲਾਉਣੀ ਕਿੱਥੇ ਆ, ਜਿਹੜੀ 48 ਵਾਲੀ ਆ ਉਹ ਮੈਂ ਸਪਿੰਡਲ ਦੇ ਡਰਾਈਵਰ ਤੇ ਲਾਉਣੀ ਆ। ਜਿਹੜੀ ਮੈਂ 28 ਵਾਲੀ ਆ ਉਹ
ਵਰਮ ਦੀ ਸ਼ਾਫਟ ਆ ਜਿਹੜੀ ਐਗਜ਼ੈਲਰੀ ਉਹਨੂੰ ਅਸੀਂ ਡਰਿਵਨ ਬਣਾਉਣਾ ਆ ਤੇ ਉਹਦੇ ਉੱਪਰ ਅਸੀਂ ਜਿਹੜੀ ਹੈਗੀ ਆ ਲਾਉਣੀ ਹੈਗੀ ਆ। ਹੁਣ ਇਹਦੇ ਵਿੱਚ ਸਾਡੀ ਗਰਾਰੀ ਲੱਗਣ ਦਾ ਇੱਥੇ ਮੈਂ ਜਿਹੜੀ ਤੁਹਾਨੂੰ ਦੱਸਿਆ ਆ ਪਿੱਛੇ 48 ਦੀ 48 ਤੇ ਦੂਸਰੀ ਜਿਹੜੀ ਆ 28 48 ਦੰਦਿਆਂ ਦੀ ਗਰਾਰੀ ਜਿਹੜੀ ਆ ਉਹ ਆਏਗੀ ਇੱਥੇ ਤੇ 28 ਦੰਦਿਆਂ ਦੀ ਆਏਗੀ ਇੱਥੇ ਇਸ ਤੇ। ਸੋ ਇਹਦੇ ਤੇ ਆਏਗੀ ਇਹ 28 ਦੰਦਿਆਂ ਦੀ। ਇਸ ਤਰੀਕੇ ਦੇ ਨਾਲ ਮੈਂ ਇੱਥੇ ਗਰਾਰੀਆਂ ਲਾ ਲਵਾਂਗਾ। ਜਿਹੜੀ ਆਈਡਲਰ ਗੇਅਰ ਆ ਉਹ ਮੈਨੂੰ ਜ਼ਰੂਰਤ ਹੈ ਕਿ ਨਹੀਂ ਹੈ ਉਸ ਹਿਸਾਬ ਦੇ ਨਾਲ ਮੇਰੀ ਜਿਹੜੀ ਆਈਡਲਰ ਗੇਅਰ ਇੱਥੇ ਲੱਗੇਗਾ। ਹੁਣ ਦੇਖੋ ਇੱਥੇ ਕੀ ਆ, ਹੁਣ ਮੂਵਮੈਂਟ ਇੱਥੇ ਮੈਂ ਜੇ ਤਾਂ ਵੱਧ ਰਕਮ ਲਈ ਆ, ਮੈਨੂੰ ਚਾਹੀਦੇ ਕਿੰਨੇ ਸੀ 67 ਤੇ ਕਰ ਕਿੰਨੇ ਲਏ ਆ, ਕੀਤੇ ਕਿੰਨੇ ਮੈਂ 17 ਦਾ। ਸੋ ਜੇ ਮੈਂ ਵੱਧ ਲਏ ਆ ਤਾਂ ਦੋਵੇਂ ਡਾਇਰੈਕਸ਼ਨਾਂ ਜਿਹੜੀਆਂ ਆ ਉਹ ਕਰੈਂਕ ਦੀ ਵੀ ਤੇ ਇੰਡੈਕਸਿੰਗ ਪਲੇਟ ਦੀ ਵੀ ਇਹ ਸੇਮ ਦੇ ਵਿੱਚ ਚੱਲਣੀਆਂ। ਕੀ ਚੱਲਣੀਆਂ ਮੇਰਾ ਸੇਮ ਦੇ ਵਿੱਚ। ਜੇ ਕਰੈਂਕ ਮੈਂ ਜੇ ਮੈਂ ਕਰੈਂਕ ਕਲੌਕਵਾਈਜ਼ ਘੁਮਾਉਣਾ ਤਾਂ ਮੇਰੀ ਇੰਡੈਕਸਿੰਗ ਪਲੇਟ ਵੀ ਕਲੌਕਵਾਈਜ਼ ਘੁੰਮਣੀ ਚਾਹੀਦੀ ਆ। ਜੇ ਮੈਂ ਐਂਟੀ ਕਲੌਕਵਾਈਜ਼ ਇਹਨੂੰ ਘੁਮਾਉਣਾ ਕਰੈਂਕ ਨੂੰ ਤਾਂ ਮੇਰੀ ਪਲੇਟ ਵੀ ਜਿਹੜੀ ਹੈਗੀ ਇੰਡੈਕਸਿੰਗ ਪਲੇਟ ਉਹ ਵੀ ਐਂਟੀ ਕਲੌਕਵਾਈਜ਼ ਚੱਲਣੀ ਚਾਹੀਦੀ। ਯਾਨੀ ਕਿ ਦੋਵੇਂ ਮੂਵਮੈਂਟਾਂ ਜਿਹੜੀਆਂ ਮੇਰੀਆਂ ਸੇਮ ਦੇ ਵਿੱਚ ਸੇਮ ਡਾਇਰੈਕਸ਼ਨ ਦੇ ਵਿੱਚ ਆਉਣੀਆਂ ਚਾਹੀਦੀਆਂ। ਹੁਣ ਇੱਥੇ ਜਿਹੜੀਆਂ ਮੂਵਮੈਂਟਾਂ ਦੇਣੀਆਂ ਆ ਕਿਉਂਕਿ ਉਹ ਅਸੀਂ ਆਈਡਲਰ ਗੇਅਰ ਦੀ ਮੈਂ ਤਦ ਹੀ ਗੱਲ ਕੀਤੀ ਆ ਕਿ ਲਾਉਣਾ ਕਿ ਨਹੀਂ ਲਾਉਣਾ, ਇਹਦੀ ਮੂਵਮੈਂਟ ਚੈੱਕ ਕਰਨੀ ਆ। ਜੇ ਤਾਂ ਸੇਮ ਦੇ ਵਿੱਚ ਹੈਗੀਆਂ ਆ ਤਾਂ ਠੀਕ ਆ, ਨਹੀਂ ਤਾਂ ਤੁਸੀਂ ਆਈਡਲਰ ਗੇਅਰ ਦੇ ਲਾ ਕੇ ਵਿੱਚ ਉਹ ਚੇਂਜ ਕਰ ਸਕਦੇ ਆ। ਹੁਣ ਇੱਥੇ ਕਿੱਦਾਂ ਹੁੰਦੀ ਆ, ਇੱਥੇ ਵਰਕਿੰਗ ਕਿੱਦਾਂ ਹੋ ਰਹੀ ਆ ਦੇਖੋ। ਇਹਦੇ ਵਿੱਚ ਕੀ ਹੋਇਆ, ਇੱਥੋਂ ਮੈਂ ਕਰੈਂਕ ਨੂੰ ਘੁਮਾਇਆ, ਕਰੈਂਕ ਨਾਲ ਘੁਮਾਇਆ, ਇਹ ਮੈਂ ਇੰਡੈਕਸਿੰਗ ਪਲੇਟ ਆ ਨਾ ਜਿਹੜੀ ਇਹਦੇ ਪਿੱਛੇ ਇੱਕ ਸਟਾਪ ਪੈਨ ਲੱਗੀ ਹੁੰਦੀ ਆ। ਜਿਹੜਾ ਸਟਾਪ ਪੈਨ ਆ ਉਹਨੂੰ ਮੈਂ ਡਿਸਐਂਗੇਜ ਕਰ ਦੇਣਾ, ਇਹ ਉਹਦੇ ਤੋਂ ਮੈਂ ਇਹਨੂੰ ਫ੍ਰੀ ਕਰ ਦੇਣਾ। ਜਿਹਦੇ ਨਾਲ ਇਹ ਲੌਕ ਕੀਤੀ ਹੁੰਦੀ ਆ ਉਹਦੇ ਤੋਂ ਫ੍ਰੀ ਕਰ ਦੇਣਾ। ਇਹ ਕੀ ਹੋਏਗੀ ਇੱਥੇ ਇਸ ਮਾਮਲੇ ਦੇ ਵਿੱਚ ਕੀ ਹੋਏਗਾ ਹੁਣ ਕਿ ਮੈਂ ਜਦੋਂ ਇਹਨੂੰ ਕਰੈਂਕ ਨੂੰ ਘੁਮਾਉਂਗਾ ਮੇਰੀ ਇਹ ਸ਼ਾਫਟ ਜਿਹੜੀ ਘੁੰਮੇਗੀ। ਜਦੋਂ ਇਹ ਸ਼ਾਫਟ ਘੁੰਮੇਗੀ ਜਿਹੜੀ ਵਰਮ ਸ਼ਾਫਟ ਹੈਗੀ ਆ ਤਾਂ ਮੇਰੇ ਇਸ ਵੀਲ ਨੂੰ ਵੀ ਘੁਮਾ ਦੇਗੀ। ਇਹ ਵੀਲ ਨੂੰ ਘੁਮਾਏਗੀ, ਮੇਰੀ ਜੌਬ ਜਿਹੜੀ ਆ ਉਹ ਡਾਇਰੈਕਸ਼ਨ ਕਿਸੇ 'ਚ ਘੁੰਮਣ ਲੱਗ ਜਾਊਗੀ ਜਿਸ ਡਾਇਰੈਕਸ਼ਨ 'ਚ ਮੈਂ ਘੁਮਾਇਆ ਉਹਨੂੰ। ਸੋ ਇਹਦੇ ਪਿੱਛੇ ਜਿਹੜੇ ਆ ਲੱਗੇ ਆ ਗੀਅਰ ਲੱਗੇ ਆ, ਇਹਦੇ ਤੋਂ ਜਿਹੜੀ ਮੂਵਮੈਂਟ ਵਾ ਉਹ ਇਹਨੂੰ ਆ ਜਾਏਗੀ ਮੂਵਮੈਂਟ। ਠੀਕ ਹੈ ਜੀ, ਇਸ ਨੂੰ ਗਰਾਰੀ ਨੂੰ ਆ ਗਿਆ, ਇਹਦੇ ਤੋਂ ਆਈਡਲਰ ਗੇਅਰ ਨੂੰ ਚੱਲ ਜਾਏਗੀ, ਆਈਡਲਰ ਗੇਅਰ ਤੋਂ ਫਿਰ ਇਸ ਨੂੰ ਆ ਜਾਏਗੀ। ਸੋ ਆਈਡਲਰ ਗੇਅਰ ਦਾ ਕੰਮ ਆ ਸਿਰਫ ਡਾਇਰੈਕਸ਼ਨ ਚੇਂਜ ਕਰਨਾ, ਹੋਰ ਹੁਣ ਰੇਸ਼ੋ ਦੇ ਵਿੱਚ ਕੋਈ ਫਰਕ ਨਹੀਂ ਪਾਉਣਾ। ਇਹਦੇ ਤੋਂ ਮੂਵਮੈਂਟ ਇਹਦੇ ਤੋਂ ਆ ਗਈ। ਸੋ ਇਹ ਮੇਰਾ ਇੱਥੇ ਹੁਣ ਡਰਾਈਵਰ ਬਣ ਗਿਆ। ਆਹ ਗੇਅਰ ਜਿਹੜਾ ਇਹ ਡਰਾਈਵਰ ਬਣ ਗਿਆ, ਇੱਥੇ ਡਰਾਈਵਰ ਬਣ ਗਿਆ, ਇਹ ਫਿਰ ਡਰਾਈਵਰ ਬਣ ਗਿਆ, ਇਹ ਫਿਰ ਡਰਾਈਵਰ ਬਣ ਗਿਆ। ਉਹ ਮੂਵਮੈਂਟ ਜਿਹੜੀ ਆ ਉਹ ਕਿੱਥੇ ਆ ਜਾਏਗੀ, ਚੱਲ ਕੇ ਇਧਰੋਂ ਇੱਥੇ ਇਹਨੂੰ ਫਿਰ ਇਹਨੂੰ ਆ ਜਾਏਗੀ। ਇਹਦੇ ਨਾਲ ਕੀ ਆ, ਇਹਦੇ ਨਾਲ ਲੱਗੀ ਆ ਸਾਡੀ ਇੰਡੈਕਸਿੰਗ ਪਲੇਟ। ਸੋ ਇਹ ਇੰਡੈਕਸਿੰਗ ਪਲੇਟ ਨੂੰ ਇਦਾਂ ਘੁਮਾਉਣੀ ਸ਼ੁਰੂ ਕਰ ਦੇਗੀ, ਯਾਨੀ ਕਿ ਇਧਰੋਂ ਜਿਹੜੀ ਆ ਮੂਵਮੈਂਟ ਇੱਧਰ ਨੂੰ ਆਉਣੀ ਸ਼ੁਰੂ ਹੋ ਜਾਏਗੀ। ਇੰਡੈਕਸਿੰਗ ਨੂੰ ਅਲੱਗ ਆਏਗੀ ਤੇ ਇਹ ਜਿਹੜੀ ਆ ਜੋ ਅਸੀਂ ਇੱਥੇ ਗੇਅਰ ਟ੍ਰੇਨ ਫਿੱਟ ਕੀਤੀ ਆ ਉਸ ਹਿਸਾਬ ਦੇ ਨਾਲ ਇਹ ਸਾਡੀ ਮੂਵਮੈਂਟ ਜਿਹੜੀ ਆ ਉਹ ਇੰਡੈਕਸਿੰਗ ਪਲੇਟ ਨੂੰ ਵੀ ਆ ਜਾਏਗੀ। ਸੋ ਮੈਂ ਇੱਥੇ ਜਿਹੜਾ ਤੁਹਾਨੂੰ ਦੱਸਿਆ ਕਿ ਦੋਵਾਂ ਦੀ ਡਾਇਰੈਕਸ਼ਨ ਜਿਹੜੀ ਆ, ਜੇ ਮੈਂ ਕਰੈਂਕ ਪੈਨ ਨੂੰ ਮੇਰੀ ਡਾਇਰੈਕਸ਼ਨ ਜਿਹੜੀ ਹੈਗੀ ਆ ਜੇ ਮੂਵਮੈਂਟ ਆਉਂਦੀ ਆ ਕਲੌਕਵਾਈਜ਼ ਤਾਂ ਜਿਹੜੀ ਪਲੇਟ ਨੂੰ ਆ ਉਹ ਕਿੱਧਰ ਨੂੰ ਆਉਣੀ ਚਾਹੀਦੀ ਆ। ਜੇ ਤਾਂ ਮੈਂ ਨੰਬਰ ਮੰਨੇ ਜਿਹੜੇ ਨੰਬਰ ਵਾ ਉਹ ਮੈਂ ਜ਼ਿਆਦਾ ਆ, ਯਾਨੀ ਕਿ ਮੈਨੂੰ ਚਾਹੀਦੇ ਮੈਂ ਘੱਟ ਦੰਦੇ ਕੱਟਣੇ ਸੀ, ਐਕਚੁਅਲੀ ਕੱਟਣੇ ਸੀ, ਪਰ ਮੈਂ ਮੰਨ ਲਏ ਜ਼ਿਆਦਿਆਂ ਦੇ ਨਾਲ ਇੰਡੈਕਸਿੰਗ ਕਰ ਲਈ ਆ। ਫਿਰ ਮੇਰੀ ਜਿਹੜੀ ਆ ਕਰੈਂਕ ਦੀ ਮੂਵਮੈਂਟ ਤੇ ਇੰਡੈਕਸਿੰਗ ਪਲੇਟ ਦੀ ਮੂਵਮੈਂਟ ਉਹ ਸੇਮ ਵੱਲ ਨੂੰ ਹੋਏਗੀ। ਕਲੌਕਵਾਈਜ਼ ਆ ਤਾਂ ਦੋਨੇ ਕਲੌਕਵਾਈਜ਼ ਵੱਲ ਨੂੰ ਚੱਲਣਗੀਆਂ। ਸੋ ਇਹ ਜਿਹੜਾ ਚੈੱਕ ਕਰਨਾ ਇੱਥੇ ਲਾਜ਼ਮੀ ਆ। ਇਸ ਤਰੀਕੇ ਦੇ ਨਾਲ ਅਸੀਂ ਇਹਦੀ ਜਿਹੜੀ ਹੈ ਇੰਡੈਕਸਿੰਗ ਕਰ ਸਕਦੇ ਆ। ਇਹ ਇੰਡੈਕਸਿੰਗ ਜਿਹੜੀ ਆ ਯੂਨੀਵਰਸਲ ਹੈਡ ਉੱਪਰ ਹੀ ਆਉਂਦੀ ਹੈਗੀ ਆ। ਜਿਹੜੀ ਇਹ ਸੀਗੀ ਕੰਪਾਊਂਡ ਇੰਡੈਕਸਿੰਗ ਔਰ ਜਿਹੜੀ ਹੁਣ ਕਰਾਈ ਆ ਮੈਂ ਤੁਹਾਨੂੰ ਤੇ ਉਹ ਡਿਫਰੈਂਸ਼ੀਅਲ ਇੰਡੈਕਸਿੰਗ। ਇਸ ਇੰਡੈਕਸਿੰਗ ਦੇ ਨਾਲ ਹਰੇਕ ਜਿਹੜੇ ਆ ਉਹ ਦੰਦੇ ਜਿਹੜੇ ਆ ਉਹ ਕੱਟੇ ਜਾ ਸਕਦੇ ਆ।